ਭਾਈ ਨੰਦ ਲਾਲ ਸਿੰਘ ਜੀ ਵੀ ਬਖਸ਼ਿਸ਼ ਕਰਦੇ ਹਨ। ਐ ਜ਼ਹੇ ਸੁਹੱਬਤ ਕੇ ਖਾਕਰਾ ਅਕਸੀਰ ਕਰਦ, ਨਾਕ ਸਾਰਾ ਸਾਹਿਬ ਤਤਬੀਰ ਕਰਦ। ਕਿ ਸਤਸੰਗਤ ਦਾ ਪ੍ਰਤਾਪ ਹੈ ਕਿ ਸਾਡੇ ਵਰਗੇ ਅਵਗੁਣ ਭਰੇ ਮਨੁੱਖਾਂ ਦੇ ਵਿੱਚ ਗੁਣ ਪੈਦਾ ਹੋ ਜਾਂਦੇ ਨੇ। ਸਤਸੰਗਤ ਇੱਕ ਚੰਗੀ ਦੌਲਤ ਹੈ, ਚੰਗਾ ਖਜ਼ਾਨਾ ਹੈ। ਜੋ ਕੋਈ ਇਸ ਖਜ਼ਾਨੇ ਦਾ ਆਨੰਦ ਉਠਾ ਲਏ, ਲਾਭ ਉਠਾ ਲਏ। ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਸਾਨੂੰ ਕੁਝ ਕੁ ਸਮਾਂ ਗੁਰਮਤਿ ਵਿਚਾਰਾਂ ਦਾ ਪ੍ਰਾਪਤ ਹੋਇਆ ਹੈ। ਕੁਝ ਜਿਤਨਾ ਕੁ ਸਮਾਂ ਅਸੀਂ ਗੁਰੂ ਦੇ ਚਰਨਾਂ ਵਿੱਚ ਜੁੜਨਾ ਹੈ, ਅਸੀਂ ਗੁਰੂ ਕੀ ਬਾਣੀ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੀਵਨ ਨੂੰ ਨਾਲ ਲੈ ਕੇ ਕੁਝ ਕੁ ਪਲਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਮਝਣ ਦਾ ਇੱਕ ਛੋਟਾ ਜਿਹਾ ਨਿਮਾਣਾ ਜਿਹਾ ਯਤਨ ਕਰਨਾ ਹੈ। ਗੁਰੂ ਮਹਾਰਾਜ ਤੇ ਐਸੇ ਸਮੁੰਦਰ ਨੇ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਾਹਾਂ। ਗੁਰੂ ਮਹਾਰਾਜ ਤੇ ਐਸੇ ਸਮੁੰਦਰ ਨੇ, ਜਿਤਨਾ ਮਰਜੀ ਗੁਰੂ ਪਾਤਸ਼ਾਹ ਪਾਸੋਂ ਖਜ਼ਾਨਾ ਅਸੀਂ ਪ੍ਰਾਪਤ ਕਰ ਲਈਏ ਘੱਟ ਹੈ। ਤੇ ਯਾਦ ਰੱਖੀਏ, ਗੁਰੂ ਮਹਾਰਾਜ ਕੋਲੋਂ ਖਜ਼ਾਨਾ ਅਸੀਂ ਪ੍ਰਾਪਤ ਕਰ ਲਵਾਂਗੇ, ਗੁਰੂ ਦੇ ਖਜ਼ਾਨੇ ਵਿੱਚ ਤੋਟ ਨਹੀਂ ਆਉਣ ਲੱਗੀ। ਇਹ ਗੁਰੂ ਦੀ ਬਖਸ਼ਿਸ਼ ਹੈ। ਇਸ ਕਰਕੇ ਵਿਚਾਰਾਂ ਆਰੰਭਣ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀ। ਪ੍ਰਵਾਨੀਏ ਜੀ ਫਤਿਹ। ਕੋਈ ਰਸਨਾ ਗੁਰਫਤਿਹ ਤੋਂ ਵਾਂਝੀ ਨਾ ਰਹੇ। ਕਰੋ ਮਨ ਬਿਰਤੀਆਂ ਇਕਾਗਰ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜੀਵਨ ਆਪ ਜਾਣਦੇ ਹੋ। ਪਾਤਸ਼ਾਹ ਦਾ ਪ੍ਰਕਾਸ਼ 1469 ਈਸਵੀ ਦੇ ਵਿੱਚ ਹੋਇਆ। ਕੁੱਲ ਉਮਰ 70 ਸਾਲ ਦੀ ਰਹੀ ਹੈ ਗੁਰੂ ਮਹਾਰਾਜ ਦੀ। ਮਾਤਾ ਤ੍ਰਿਪਤਾ ਜੀ, ਤਿਨਾਂ ਦੇ ਮਾਤਾ, ਅਤੇ ਮਹਿਤਾ ਕਾਲੂ ਜੀ ਜਾਂ ਮਹਿਤਾ ਕਲਿਆਣ ਦਾਸ ਜੀ ਕਹਿ ਲਈਏ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਤਾ। ਇੱਕ ਭੈਣ 5 ਸਾਲ ਵੱਡੇ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ, ਬੇਬੇ ਨਾਨਕੀ ਜੀ। ਅਤੇ ਗੁਰੂ ਮਹਾਰਾਜ ਦੇ ਇੱਕ ਸਾਥੀ ਜਿਨ੍ਹਾਂ ਨੇ ਸਾਥ ਨਿਭਾਇਆ 50 ਸਾਲਾਂ ਦਾ। ਇਤਨਾ ਸਾਥ ਪੁੱਤਰਾਂ ਦਾ ਨਸੀਬ ਨਹੀਂ ਹੋਇਆ, ਇਤਨਾ ਸਾਥ ਘਰਵਾਲੀ ਦਾ ਨਸੀਬ ਨਹੀਂ ਹੋਇਆ, ਇਤਨਾ ਸਾਥ ਮਾਤਾ ਪਿਤਾ ਦਾ ਨਸੀਬ ਨਹੀਂ ਹੋਇਆ, ਜਿਤਨਾ ਸਾਥ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੋ ਗਿਆ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭਾਈ ਮਰਦਾਨਾ ਜੀ ਦਾ ਪ੍ਰਾਪਤ ਹੋ ਗਿਆ। ਇਸੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨਾ ਜੀ ਦੇ ਪ੍ਰਥਾਏ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕੀਤਾ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜੀਵਨ ਬੜਾ ਲਾਸਾਨੀ ਹੈ। ਹਰ ਇੱਕ ਧਰਮ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਤਿਕਾਰ ਦਿੱਤਾ ਜਾਂਦਾ ਹੈ, ਪੂਜਿਆ ਜਾਂਦਾ ਹੈ। ਕੁਝ ਵਿਚਾਰਾਂ ਆਪ ਜੀ ਦੇ ਨਾਲ ਪਿਛਲੇ ਸ਼ਨੀਵਾਰ ਸਾਂਝੀਆਂ ਕੀਤੀਆਂ ਸਨ। ਕੁਝ ਕੁ ਵਿਚਾਰਾਂ ਅੱਜ ਅਸੀਂ ਸਾਂਝੀਆਂ ਕਰਨੀਆਂ ਨੇ। ਗੁਰੂ ਮਹਾਰਾਜ ਕਿਰਪਾ ਕਰਨ, ਗੁਰੂ ਮਹਾਰਾਜ ਦੇ ਜੀਵਨ ਤੋਂ ਹੀ ਅਸੀਂ ਉਹ ਵਿਚਾਰਾਂ ਸਮਝਣੀਆਂ ਨੇ। ਜਿਸ ਤਰ੍ਹਾਂ ਗੁਰੂ ਮਹਾਰਾਜ ਦਾ ਅਮੋਲਕ ਬਚਨ ਜਾਂ ਸਵਈਆਂ ਦੇ ਰੂਪ ਦੇ ਵਿੱਚ ਭੱਟਾਂ ਨੇ ਗੁਰੂ ਮਹਾਰਾਜ ਦੀ ਉਸਤਤ ਦੇ ਵਿੱਚ ਇੱਕ ਪਾਵਨ ਬਚਨ ਉਚਾਰਿਆ ਹੈ, ਤੈਂ ਪੜ੍ਹਿਓ ਇੱਕ, ਮਨ ਧਰਿਓ ਇੱਕ, ਇੱਕ ਕਰ ਇੱਕ ਪਛਾਣਿਓ। ਹੁਣ ਇੱਥੇ ਭੱਟ ਸਾਹਿਬਾਨ ਕਹਿੰਦੇ ਨੇ ਕਿ ਹੇ ਮੇਰੇ ਮਾਲਕ ਜੀ, ਤੁਸੀਂ ਪੜ੍ਹਿਆ ਵੀ ਇੱਕ ਨੂੰ ਹੈ, ਤੁਸੀਂ ਮਨ ਵਿੱਚ ਧਰਿਆ ਵੀ ਇੱਕ ਹੀ ਖਸਮ ਨੂੰ ਹੈ, ਅਤੇ ਤੁਸੀਂ ਜਾਣਿਆ ਵੀ, ਪਛਾਣਿਆ ਵੀ, ਸਮਝਿਆ ਵੀ ਉਸ ਇੱਕ ਪਰਮਾਤਮਾ ਨੂੰ ਹੈ। ਇਸੇ ਤਰ੍ਹਾਂ ਭੱਟ ਸਾਹਿਬਾਨ ਕਹਿੰਦੇ ਨੇ, ਨਯਨ ਬਯਨ ਮੂੰਹ ਇੱਕ, ਇੱਕ ਦੋਹੇ ਠਾਏ ਨਾ ਜਾਣਿਓ। ਕਿ ਅੱਖਾਂ ਦੇ ਵਿੱਚ ਵੀ ਤੁਸੀਂ ਇੱਕ ਨੂੰ ਹੀ ਧਰਿਆ ਹੈ, ਬਚਨਾਂ ਦੇ ਵਿੱਚ ਵੀ ਤੁਸੀਂ ਇੱਕ ਨੂੰ ਹੀ ਧਰਿਆ ਹੈ, ਅਤੇ ਕੋਈ ਦੂਜਾ ਐਸਾ ਨਹੀਂ ਜਿਹੜਾ ਤੁਹਾਡਾ ਹਿਰਦਾ ਫਰੋਲਣ 'ਤੇ ਲੱਭ ਜਾਏ। ਇਹ ਭੱਟ ਸਾਹਿਬਾਨ ਕਹਿ ਰਹੇ ਨੇ ਗੁਰੂ ਮਹਾਰਾਜ ਦੇ ਪ੍ਰਥਾਏ। ਜਦੋਂ ਨਾ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਵਨ ਜੀਵਨ ਵੱਲ ਇੱਕ ਛੋਟੀ ਜਿਹੀ ਝਾਤ ਮਾਰੀਏ
ਤਾਂ ਗੁਰੂ ਮਹਾਰਾਜ ਨਾ ਲੇਹ ਲੱਦਾਖ ਵਾਲੇ ਪਾਸੇ ਗਏ। ਉੱਥੇ ਪਾਤਸ਼ਾਹ ਨੇ ਮਟਨ ਵਿਖੇ ਸ਼ਰਨ ਲਈ। ਹੁਣ ਉੱਥੇ ਅੱਜ ਕੱਲ੍ਹ ਗੁਰਦੁਆਰਾ ਮਟਨ ਸਾਹਿਬ ਵੀ ਸੁਸ਼ੋਭਿਤ ਹੈ। ਵੈਸੇ ਇਹ ਗੁਰਦੁਆਰਾ ਥੋੜ੍ਹਾ ਲੜਾਈਆਂ ਦੇ ਵਿੱਚ ਆਉਂਦਾ ਰਿਹਾ, ਬੜਾ ਖੈਰ ਕੇਸ ਵੀ ਚੱਲਦਾ ਰਿਹਾ ਬੜਾ ਚਿਰ ਇਸ ਗੁਰਦੁਆਰੇ 'ਤੇ। ਖੈਰ ਜਿਸ ਤਰ੍ਹਾਂ ਵੀ ਹੁਣ ਗੁਰੂ ਮਹਾਰਾਜ ਇੱਥੇ ਇੱਕ ਪੁਰਖ ਨੂੰ ਮਿਲੇ। ਠਾਕੁਰ ਦਾਸ ਦਾ ਬੇਟਾ ਸੀ ਬ੍ਰਹਮਦੱਤ। ਹੁਣ ਇੱਥੇ ਗੁਰੂ ਮਹਾਰਾਜ ਜੀ ਬ੍ਰਹਮਦੱਤ ਨੂੰ ਮਿਲੇ। ਇਹ ਬ੍ਰਹਮਦੱਤ ਨੂੰ 108 ਗ੍ਰੰਥਾਂ ਦੀ ਵਿੱਦਿਆ ਸੀ, ਗਿਆਨ ਪ੍ਰਾਪਤ ਸੀ। ਜਿਸ ਤਰ੍ਹਾਂ ਆਪ ਜਾਣਦੇ ਹੋ 4 ਵੇਦ ਨੇ, 6 ਸ਼ਾਸਤਰ ਨੇ, 18 ਪੁਰਾਣ, 27 ਸਿਮਰਤੀਆਂ, 52 ਉਪਨਿਸ਼ਦ ਅਤੇ 1 ਗਾਇਤਰੀ ਮੰਤਰ। 108 ਧਾਰਮਿਕ ਗ੍ਰੰਥਾਂ ਦਾ ਇਸ ਨੂੰ ਗਿਆਨ ਸੀ। ਅੱਜ ਦਾ ਸਮਾਂ ਇਸ ਤਰ੍ਹਾਂ ਦਾ ਹੈ, ਨਾਮ ਦੇ ਅੱਗੇ 108 ਲਿਖਵਾ ਲਿਆ ਜਾਂਦਾ ਹੈ, ਪਰ ਗਿਆਨ ਕੁਝ ਨਹੀਂ ਹੁੰਦਾ, ਸਮਝ ਕੁਝ ਨਹੀਂ ਹੁੰਦੀ। ਡਾਕਟਰ ਸੁਖਪ੍ਰੀਤ ਸਿੰਘ ਜੀ ਉਦੋਂ ਕੇ ਕਹਿੰਦੇ ਇੱਕ ਵਾਰ ਨਾ ਮੇਰਾ ਫਰੈਂਡ ਸੀ ਕੋਈ, ਜਾਂ ਕਹਿੰਦੇ ਇੱਕ ਜਾਣ ਪਛਾਣ ਸੀ ਸਾਡੀ ਕਿਸੇ ਬਾਬੇ ਨਾਲ। ਉਸ ਨੇ ਨਾ 1008 ਲਿਖਵਾਇਆ ਹੋਇਆ ਸੀ ਆਪਣੇ ਨਾਮ ਦੇ ਅੱਗੇ। ਹੁਣ ਕਿਨੇ ਮੈਂ ਪੁੱਛ ਲਿਆ ਕਿ ਮੈਂ ਸੁਣਿਆ ਹੈ ਧਾਰਮਿਕ ਗ੍ਰੰਥਾਂ ਦੀ ਨੌਲੇਜ ਅਤੇ ਵਿੱਦਿਆ ਗਿਆਨ ਤੇ 108 ਗ੍ਰੰਥਾਂ ਦਾ ਹੀ ਹੁੰਦਾ ਹੈ, ਪਰ ਤੁਸੀਂ 1008 ਲਿਖਵਾਇਆ, ਇਹ ਕੀ ਗੱਲ? ਕਿੰਨੇ ਨਾਲ ਦੇ ਪਿੰਡ ਦੇ ਵਿੱਚ ਨਾ ਇੱਕ ਬਾਬਾ ਹੈ, ਉਸ ਨੇ 108 ਲਿਖਵਾਇਆ ਸੀ। ਮੈਨੂੰ ਬੜਾ ਗੁੱਸਾ ਚੜਿਆ, ਮੈਂ 1008 ਲਿਖਵਾ ਲਿਆ। ਜੇ ਉਹ 1008 ਲਗਵਾਏਗਾ ਮੈਂ 3 ਜ਼ੀਰੋਆਂ ਲਾ ਲਵਾਂਗਾ। ਈਰਖਾ ਦੇ ਵਸ ਇਸ ਤਰ੍ਹਾਂ 1008 ਲਿਖਵਾ ਲਿਆ। ਖੈਰ ਹੁਣ ਇਸ ਨੂੰ ਬੜਾ ਗਿਆਨ ਸੀ ਤੇ ਗਿਆਨ ਦਾ ਹੰਕਾਰ ਵੀ ਸੀ। ਤੇ ਇੱਕ ਗੱਲ ਯਾਦ ਰੱਖੀਏ ਕਿ ਗਿਆਨ ਗੁਰਬਾਣੀ ਰਾਹੀਂ ਪ੍ਰਾਪਤ ਹੋ ਸਕਦਾ ਹੈ, ਪਰ ਜਦੋਂ ਗਿਆਨ ਗੁਰਬਾਣੀ ਰਾਹੀਂ ਪ੍ਰਾਪਤ ਹੋਵੇ, ਉਸੇ ਗਿਆਨ ਦਾ ਹੰਕਾਰ ਹੋ ਜਾਏ, ਉਹ ਹੰਕਾਰ ਟੁੱਟਣਾ ਬੜਾ ਔਖਾ ਹੈ। ਸਮੁੱਚੀ ਦੁਨੀਆ ਦਾ ਹੰਕਾਰ ਤੋੜ ਦਿੰਦੀ ਹੈ ਗੁਰਬਾਣੀ। ਮਾਇਆ ਦਾ, ਸਰੀਰ ਦਾ, ਜਾਇਦਾਦ ਦਾ, ਹੋਰ ਕਈ ਪ੍ਰਕਾਰ ਦਾ ਹੰਕਾਰ ਗੁਰਬਾਣੀ ਤੋੜ ਦਿੰਦੀ ਹੈ। ਮੰਨ ਲਓ ਜੇ ਗੁਰਬਾਣੀ ਦਾ ਹੀ ਹੰਕਾਰ ਹੋ ਜਾਏ, ਮੈਂ ਇਤਨੇ ਪਾਠ ਕਰਦਾ ਹਾਂ, ਮੈਂ ਇਤਨੀ ਵਾਰ ਹਾਜ਼ਰੀ ਭਰਦਾ ਹਾਂ, ਕਹਿੰਦੇ ਬੜਾ ਔਖਾ ਹੈ ਇਹ ਹੰਕਾਰ ਕੱਢਣਾ ਅੰਦਰੋਂ। ਤੇ ਗੁਰੂ ਮਹਾਰਾਜ ਕਹਿ ਦਿੰਦੇ ਨੇ, ਜਾਂ ਰਹਿਣਾ ਨਾਹੀਂ ਐਤ ਜਗ ਤਾਂ ਕਾਇਤ ਗਰਭ ਹਾਂਡੀ ਹੈ। ਜਦੋਂ ਸੰਸਾਰ ਵਿੱਚ ਕੁਝ ਪਲਾਂ ਦੀ ਜ਼ਿੰਦਗੀ ਹੈ, ਇਹ ਕੁਝ ਪਲ ਗੁਰੂ ਨਾਨਕ ਦੇ ਉਪਦੇਸ਼ ਅਨੁਸਾਰ ਬਿਤਾ ਲੈ। ਹੰਕਾਰ ਕਰਕੇ ਕੀ ਲੈ ਜਾਏਗਾ? ਕਹਿੰਦੇ ਇਸ ਬ੍ਰਹਮਦੱਤ ਨੂੰ ਬੜਾ ਹੰਕਾਰ ਸੀ। ਗੁਰੂ ਮਹਾਰਾਜ ਨੇ ਜਦੋਂ ਮਟਨ ਵਿਖੇ ਚਰਨ ਪਾਏ ਤੇ ਪਹਿਲਾਂ ਇਸ ਨੂੰ ਮਿਲੇ। ਗੁਰੂ ਮਹਾਰਾਜ ਨੂੰ ਕਹਿਣ ਲੱਗਾ ਕਿ ਮੈਨੂੰ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, 52 ਉਪਨਿਸ਼ਦ, 1 ਗਾਇਤਰੀ ਮੰਤਰ, ਇਤਨੇ 108 ਧਾਰਮਿਕ ਗ੍ਰੰਥਾਂ ਦਾ ਗਿਆਨ ਹੈ। ਅੱਜ ਤੱਕ ਮੈਨੂੰ ਕੋਈ ਹਰਾ ਨਹੀਂ ਸਕਿਆ। ਹੁਣ ਨਾ ਕਹਿੰਦੇ ਇਸੇ ਤਰ੍ਹਾਂ ਨਾ ਭਾਈ ਗੁਰਦਾਸ ਜੀ ਨੇ ਨਾ ਇੱਕ ਵਾਰ ਉਚਾਰਨ ਕੀਤੀ ਹੈ ਬੜੀ ਸੋਹਣੀ। ਭਾਈ ਗੁਰਦਾਸ ਜੀ ਕਹਿੰਦੇ, ਗੋਸ਼ਟ ਗਾਂਗੇ ਤੇਲੀਏ ਪੰਡਿਤ ਨਾਲ ਹੋਵੇ ਜਗ ਦੇਖੈ। ਕਹਿੰਦੇ ਇੱਕ ਵਾਰ ਇੱਕ ਰਾਜੇ ਦੇ ਦਰਬਾਰ ਵਿੱਚ ਇੱਕ ਪੰਡਿਤ ਆਇਆ। ਪੰਡਿਤ ਨੂੰ ਬੜਾ ਗਿਆਨ ਸੀ 108 ਧਾਰਮਿਕ ਗ੍ਰੰਥਾਂ ਦਾ। ਕਹਿੰਦੇ ਪੰਡਿਤ ਕਹਿਣ ਲੱਗਾ ਰਾਜੇ ਨੂੰ ਆ ਕੇ ਕਿ ਮੈਂ ਤੁਹਾਡੇ ਜਿਹੜੇ ਸ਼ਾਹੀ ਪੰਡਿਤ ਨੇ ਜਾਂ ਸ਼ਾਹੀ ਗਿਆਨਵਾਨ ਨੇ, ਜਿਸ ਤਰ੍ਹਾਂ ਵੀ ਲੋਕ ਇੱਥੇ ਜਿਤਨੇ ਵੀ ਗਿਆਨਵਾਨ ਨੇ, ਮੇਰੇ ਨਾਲ ਉਹਨਾਂ ਦੀ ਵਿਚਾਰ ਚਰਚਾ ਕਰਾਓ, ਮੈਂ ਉਸ ਨੂੰ ਹਰਾਉਣਾ ਚਾਹੁੰਦਾ। ਕਹਿੰਦੇ ਸਿਰ 'ਤੇ 108 ਗ੍ਰੰਥ ਚੱਕੀ ਫਿਰਦਾ ਸੀ। ਕਹਿੰਦੇ ਜਦੋਂ ਵਿਚਾਰ ਚਰਚਾ ਕਰਾਈ ਤੇ ਸਾਰਿਆਂ ਨੂੰ ਇਸ ਪੰਡਿਤ ਨੇ ਹਰਾ ਦਿੱਤਾ। ਕਹਿੰਦੇ ਜਦੋਂ ਪੰਡਿਤ ਨੇ ਹਰਾ ਦਿੱਤਾ ਤੇ ਰਾਜੇ ਨੂੰ ਬੜੀ ਈਰਖਾ ਹੋਈ ਕਿ ਸਾਡੇ ਰਾਜ ਵਿੱਚ ਕੋਈ ਵੀ ਐਸਾ ਨਹੀਂ ਜਿਹੜਾ ਇਸ ਪੰਡਿਤ ਨੂੰ ਵਿਚਾਰ ਚਰਚਾ ਵਿੱਚ ਹਰਾ ਦੇਵੇ। ਕਹਿੰਦੇ ਉਸ ਸਮੇਂ
ਰਾਜੇ ਨੇ ਆਪਣੇ ਇਲਾਕੇ ਦੇ ਵਿੱਚ ਡੰਕਾ ਵਜਾਉਣਾ ਸ਼ੁਰੂ ਕਰ ਦਿੱਤਾ ਤੇ ਲਿਖਤੀ ਪ੍ਰਮਾਣ ਵੀ ਜਾਰੀ ਕਰ ਦਿੱਤੇ। ਕਹਿੰਦੇ ਇੱਕ ਲਿਖਤੀ ਪ੍ਰਮਾਣ ਨੂੰ ਕਿਸੇ ਨੇ ਪੜ੍ਹਿਆ, ਉਹ ਲਿਖਤੀ ਪ੍ਰਮਾਣ ਦਾ ਉੱਤਰ ਲਿਖਤ ਰੂਪ ਦੇ ਵਿੱਚ ਹੀ ਦਿੱਤਾ ਤੇ ਰਾਜੇ ਨੂੰ ਇੱਕ ਚਿੱਠੀ ਤੇ ਲਿਖ ਭੇਜਿਆ ਕਿ ਮੈਂ ਵਿਚਾਰ ਚਰਚਾ ਕਰਾਂਗਾ। ਰਾਜੇ ਨੇ ਕਿਹਾ ਆ ਜਾ। ਹੁਣ ਜਦੋਂ ਰਾਜੇ ਦੀ ਦਰਬਾਰ ਦੇ ਵਿੱਚ ਉਹ ਮਨੁੱਖ ਪਹੁੰਚਿਆ ਨਾ, ਰਾਜਾ ਵੇਖ ਕੇ ਹੱਸ ਪਿਆ। ਕਿਉਂ? ਕਿਉਂਕਿ ਇੱਕ ਤੇ ਉਸ ਨੂੰ ਕੰਨਾਂ ਤੋਂ ਸੁਣਦਾ ਨਹੀਂ ਸੀ, ਬੋਲ ਸਕਦਾ ਨਹੀਂ ਸੀ, ਤੇ ਇੱਕ ਅੱਖ ਤੋਂ ਅੰਨਾ ਸੀ, ਕਾਣਾ ਸੀ ਜਿਸ ਨੂੰ ਕਹਿ ਲਈਏ। ਰਾਜਾ ਕਹਿਣ ਲੱਗਾ ਤੇ ਭਾਈ ਤੇਰੇ ਤੇ ਕਈ ਇੰਦਰੇ ਨੇ, ਇਹ ਕੰਮ ਨਹੀਂ ਕਰ ਰਹੇ, ਤੂੰ ਕਿਸ ਤਰ੍ਹਾਂ ਗਿਆਨ ਦੇ ਵਿੱਚ ਇਸ ਪੰਡਿਤ ਨੂੰ ਹਰਾਏਗਾ? ਕਹਿੰਦੇ ਇੱਕ ਮੌਕਾ ਤੇ ਦਿਓ। ਕਹਿੰਦੇ ਤੈਨੂੰ ਪਤਾ ਹੈ ਰਾਜੇ ਨੇ ਹੁਕਮ ਕੀ ਕੀਤਾ, ਜਿਹੜਾ ਇਸ ਤੋਂ ਗਿਆਨ ਚਰਚਾ ਦੇ ਵਿੱਚ ਹਾਰ ਗਿਆ ਉਸ ਦਾ ਸਿਰ ਕਲਮ ਕਰ ਦਿੱਤਾ ਜਾਏਗਾ। ਕਹਿੰਦੇ ਹਾਂ ਮੈਂ ਕਲਮ ਕਰਵਾਉਣ ਨੂੰ ਤਿਆਰ ਹਾਂ ਆਪਣਾ ਸ਼ੀਸ਼। ਹੁਣ ਰਾਜੇ ਨੇ ਅਗਲਾ ਦਿਨ ਮਿੱਥ ਲਿਆ। ਅਗਲੇ ਦਿਨ ਇੱਕ ਪਾਸੇ ਪੰਡਿਤ, ਇੱਕ ਪਾਸੇ ਉਹ ਮਨੁੱਖ ਦੇ ਵਿੱਚ ਰਾਜਾ ਬੈਠਾ ਹੋਇਆ। ਹੁਣ ਕਹਿੰਦੇ ਭਾਈ ਗੁਰਦਾਸ ਜੀ ਜਦੋਂ ਰਾਜੇ ਨੇ ਹੁਕਮ ਦਿੱਤਾ ਨਾ ਵਿਚਾਰ ਚਰਚਾ ਦਾ, ਕਹਿੰਦੇ ਰਾਜੇ ਨੇ ਕਹਿ ਦਿੱਤਾ ਕਿ 2 ਕੁਐਸਚਨ ਪੁੱਛੇ ਜਾਣਗੇ। ਪੰਡਿਤ ਨੂੰ ਇਸ਼ਾਰਾ ਕਰ ਦਿੱਤਾ ਤੁਸੀਂ 2 ਕੁਐਸਚਨ ਪੁੱਛਣੇ ਨੇ, ਅਗਰ ਉਹ ਕੁਐਸਚਨਾਂ ਦਾ ਇਸ ਮਨੁੱਖ ਨੇ ਆਨਸਰ ਦੇ ਦਿੱਤਾ ਤੇ ਇਹ ਜਿੱਤ ਜਾਏਗਾ, ਤੇ ਜੇ ਇਸ ਪਾਸੋਂ ਉੱਤਰ ਨਹੀਂ ਦਿੱਤਾ ਗਿਆ ਤੇ ਫਿਰ ਇਸ ਨੂੰ ਹਾਰਿਆ ਮੰਨਿਆ ਜਾਏਗਾ, ਕਰਾਰ ਦੇ ਦਿੱਤਾ ਜਾਏਗਾ ਤੇ ਇਸ ਦਾ ਸਿਰ ਕਲਮ ਕਰ ਦਿੱਤਾ ਜਾਏਗਾ। ਕਹਿੰਦੇ ਰਾਜੇ ਦੇ ਕਹਿਣ ਤੇ ਭਾਈ ਗੁਰਦਾਸ ਜੀ ਕਹਿੰਦੇ ਖੜੀ ਕਰੈ ਇੱਕ ਉਂਗਲੀ, ਗਾਂਗਾ ਦੋਏ ਵੇਖਾਲੈ ਰੀਖੈ। ਕਹਿੰਦੇ ਇਸ ਪੰਡਿਤ ਨੇ ਇੱਕ ਉਂਗਲੀ ਖੜੀ ਕੀਤੀ। ਕਹਿੰਦੇ ਜਦੋਂ ਇੱਕ ਉਂਗਲੀ ਖੜੀ ਕੀਤੀ ਤੇ ਜਿਹੜਾ ਦੂਜਾ ਮਨੁੱਖ ਸੀ ਉਸ ਨੇ ਗੁੱਸੇ ਨਾਲ ਵੇਖਿਆ ਤੇ ਦੂਜੀ 2 ਉਂਗਲੀਆਂ ਖੜੀਆਂ ਕਰ ਦਿੱਤੀਆਂ। ਕਹਿੰਦੇ ਇਹ ਜੋ ਪੰਡਿਤ ਸੀ ਬੜਾ ਹੈਰਾਨ ਹੋਇਆ। ਫਿਰ ਪੰਡਿਤ ਨੇ 5 ਉਂਗਲੀਆਂ ਖੜੀਆਂ ਕੀਤੀਆਂ ਤੇ ਫਿਰ ਗੁੱਸੇ ਨਾਲ ਵੇਖ ਕੇ ਦੁਬਾਰਾ ਇਸ ਮਨੁੱਖ ਨੇ ਇੱਕ ਮੁੱਠੀ ਖੜੀ ਕੀਤੀ। ਕਹਿੰਦੇ ਜਦੋਂ ਇਸ ਤਰ੍ਹਾਂ 2 ਵਾਰ ਪੰਡਿਤ ਨੇ ਕੁਐਸਚਨ ਕੀਤਾ, 2 ਵਾਰ ਇਸ ਮਨੁੱਖ ਨੇ ਜਦੋਂ ਜਵਾਬ ਦੇ ਦਿੱਤਾ ਨਾ, ਤੇ ਪੰਡਿਤ ਨੇ ਆਪਣੇ 108 ਦੇ 108 ਗ੍ਰੰਥ ਚਰਨਾਂ ਦੇ ਵਿੱਚ ਰੱਖ ਦਿੱਤੇ ਤੇ ਨਮਸਕਾਰ ਕੀਤੀ ਤੇ ਕਹਿੰਦਾ ਮੈਂ ਹਾਰ ਗਿਆ। ਸਾਰੀ ਜਨਤਾ ਆਸੇ ਪਾਸੇ ਬੈਠੀ ਹੋਈ ਸੀ, ਉਹ ਸੋਚਣ ਲੱਗ ਪਈ ਕਿ ਇਤਨਾ ਗਿਆਨ ਕਿੱਥੋਂ ਹੋ ਗਿਆ ਇਸ ਗੂੰਗੇ ਤੇ ਬਹਿਰੇ ਨੂੰ। ਕਹਿੰਦੇ ਸਾਰੀ ਜਨਤਾ ਸੀ ਜਿਹੜੀ ਇਕੱਠੀ ਹੋ ਕੇ ਪੰਡਿਤ ਕੋਲ ਗਈ। ਪੰਡਿਤ ਨੂੰ ਕਹਿੰਦੀ ਐਸੇ ਕਿਹੜੇ ਸਵਾਲ ਤੁਸੀਂ ਪੁੱਛੇ ਜਿਸ ਦਾ ਆਨਸਰ ਬੜਾ ਸੌਖਾ ਸੀ? ਕਹਿੰਦੇ ਸਵਾਲ ਤੇ ਬੜੇ ਔਖੇ ਸਨ। ਕਹਿੰਦੇ ਸਵਾਲ ਕੀ? ਕਹਿੰਦੇ ਪਹਿਲੀ ਉਂਗਲੀ ਜਦੋਂ ਮੈਂ ਖੜੀ ਕੀਤੀ ਉਦੋਂ ਮੈਂ ਸਵਾਲ ਇਹ ਪੁੱਛਿਆ ਸੀ ਕਿ ਪਰਮਾਤਮਾ ਦਾ ਇੱਕ ਰੂਪ ਹੈ। ਕਹਿੰਦੇ ਇਸ ਮਨੁੱਖ ਨੇ ਅੱਗੋਂ 2 ਉਂਗਲੀਆਂ ਖੜੀਆਂ ਕਰਕੇ ਕਹਿ ਦਿੱਤਾ ਨਹੀਂ, ਪਰਮਾਤਮਾ ਦੇ 2 ਰੂਪ ਨੇ, ਨਿਰਗੁਣ ਤੇ ਸਰਗੁਣ। ਭਾਵ ਸਰੀਰ ਵਿੱਚ ਵੀ ਪਰਮਾਤਮਾ ਹੈ ਅਤੇ ਕੁਦਰਤ ਦੇ ਵਿੱਚ ਵੀ ਪਰਮਾਤਮਾ ਹੈ। ਸਰਗੁਣ ਰੂਪ ਵੀ ਹੈ ਪਰਮਾਤਮਾ ਦਾ ਤੇ ਨਿਰਗੁਣ ਰੂਪ ਵੀ ਹੈ। ਕਹਿੰਦੇ ਜਦੋਂ ਮੈਂ ਕਹਿ ਦਿੱਤਾ 5 ਉਂਗਲੀਆਂ ਖੜੀਆਂ ਕਰਕੇ ਕਿ 5 ਤੱਤਾਂ ਦੇ ਨਾਲ ਸਾਰਾ ਜਗਤ ਬਣਿਆ, ਕਹਿੰਦੇ ਨਹੀਂ, ਇਸ ਨੇ ਮੁੱਠੀ ਖੜੀ ਕੀਤੀ ਤੇ ਇਹ ਗੱਲ ਦਾ ਇਸ਼ਾਰਾ ਕੀਤਾ ਹੈ ਕਿ 5 ਤੱਤਾਂ ਨੂੰ ਮੇਰੇ ਮਾਲਕ ਨੇ ਇਕੱਠਾ ਕੀਤਾ ਫਿਰ ਜਗਤ ਬਣਿਆ। ਹੁਣ ਕਹਿੰਦੇ ਮੈਂ ਹਾਰ ਗਿਆ। ਕਹਿੰਦੇ ਸਾਰੀ ਜਨਤਾ ਇਸ ਗੂੰਗੇ ਬਹਿਰੇ ਕੋਲ ਗਈ। ਇਸ ਕੋਲ ਜਾ ਕੇ ਕਹਿਣ ਲੱਗੀ ਤੈਨੂੰ ਇਤਨਾ ਗਿਆਨ ਕਿਵੇਂ ਪ੍ਰਾਪਤ ਹੋ ਗਿਆ? ਉਸ ਸਮੇਂ ਕਹਿੰਦੇ ਰਾਜੇ ਨੂੰ ਅਕਲ ਨਹੀਂ ਹੈ, ਐਸੇ ਮੂਰਖ ਮਨੁੱਖ ਨੂੰ ਮੇਰੇ ਸਾਹਮਣੇ ਬਿਠਾ ਦਿੱਤਾ ਹੈ। ਕਹਿੰਦੇ ਹਲੇ ਸਵਾਲ ਜਵਾਬ ਸ਼ੁਰੂ ਵੀ ਨਹੀਂ ਹੋਏ ਸਨ ਕਿ ਇੱਕ ਉਂਗਲੀ ਖੜੀ ਕਰਕੇ ਮੈਨੂੰ ਕਹਿੰਦਾ ਇੱਕ ਅੱਖ ਤੋਂ ਤੇ ਅੰਨਾ ਹੈ, ਦੂਜੀ ਅੱਖ ਵੀ ਅੰਨੀ ਕਰ ਦੇਵਾਂਗਾ। ਕਹਿੰਦੇ ਜਦੋਂ ਦੂਜੀ ਵਾਰ ਇਸ਼ਾਰਾ ਇਸਨੇ ਕੀ ਕੀਤਾ, 5 ਉਂਗਲੀਆਂ ਖੜੀਆਂ ਕਰਕੇ ਕਹਿੰਦੇ ਹੱਥ ਖੜਾ ਕਰਕੇ ਕਹਿੰਦਾ ਮੈਂ ਥੱਪੜ ਮਾਰਨਾ ਹੈ।
फिर मैं भी अगों कह दिता, जे तू थप्पड़ मारेगा मेरे को मुक्का है। कहते इस तरह ज्ञान कुछ नहीं हुंदा, पर जिहड़ा हंकारी मनुख हुंदा उसनूं लग जांदा कई वारी हंकार विच कि मेरे कोल बहुत कुछ है, पर जदों कोई मूर्ख मनुख टक्करदा है ना, वो मूर्ख कोलों भी हार जाता है जदों ज्ञान का हंकार हो जाए। इस तरह गुरु नानक साहब महाराज जदों ब्रह्मदत्त पंडित कोल पहुँचे ना, तो प्यारिओ ब्रह्मदत्त पंडित नूं गुरु महाराज ने एक ही प्यार नाल गल कही। पातशाह ने उस समय ब्रह्मदत्त पंडित नूं कह दिता, पुरातन जन्म साखी विच लिखिया है, कहंदे नानक लिख है एक गल होर होमै चखना चाक। नानक जी कहंदे जे एक नूं हिरदे विच नहीं वसाया, बाकी सब कुछ व्यर्थ है, भावें जितना मर्जी ज्ञान तू धारण करी फिरदा है। जे एक नाल सांझ नहीं पाई, जितना मर्जी ज्ञान तू धारण करे कीता होया है, कहंदे सब कुछ व्यर्थ है। उस समय जदों गुरु नानक साहब महाराज पासों ऐसे अमोलक बचन श्रवण कीते, चरनां विच डिग गया। कहंदे ऐसी गुरु ने सिक्खी बख्शी ना, ऐसी गुरु ने समझ बख्शी कि यह जो ब्रह्मदत्त से, इस ब्रह्मदत्त का बेटा नारायण दत्त भी गुरु का सिख बनया। हुण नारायण दत्त का बेटा सी अड़ू राम, जिहड़ा संस्कृत का विद्वान सी। इस संस्कृत की विद्या गुरु हरकृष्ण साहब महाराज ने इस अड़ू राम को लई सी। कहने समा एक ऐसा भी आया, इस अड़ू राम का बेटा सी जिहड़ा किरपा राम, ये गुरु तेग बहादुर साहब महाराज को कश्मीरी पंडित लैके आया सी। कहंदे यही किरपा राम जदों चमकौर की जंग होई, किरपा सिंह बन के शहादत का जाम पी गया सी। वेखो इबादत तो शुरू हुई गल, इबादत तो गल शुरू हुई है, शहादत ते मुकी है। ये गुरु की सिक्ख्या है। इसी तरह ना प्यारिओ, एक अरबी माफ करना उर्दू दे विच एक बड़ी सोहनी किताब है। कहंदे उस किताब दे विच ना एक मनुख का जिक्र किया है, दरवेश फजील बिन अयाज। कहंदे यह एक ना डाकू हुंदा सी। ये डाकू हुंदा सी ते रस्ते दे काफिलां नूं लुट लैंदा हुंदा सी। कहंदे एक बार इसने जदों काफिले नूं लुटना सी ना, हुण काफिले नूं लुटना सी तां सारियां नूं मार दिता, सारियां नूं मारिया, लुट लिया। हुण एक मनुख सी, बड़ा बजुर्ग सी, उसनूं मारन लगा। ये मैं साखी इस करके आप जी नाल सांझी करन लगा क्योंकि असी गुरु नानक साहब महाराज के जीवन में एक साखी बड़ी प्रचलित है, सरवण करते हैं। सज्जन भाई सज्जन, ठग गुरु ने नहीं किया, असी ठग कह देंगे कर्मा करके। ये भाई सज्जन सी जिहड़ा, ये भी अपने चाचे नाल रल के लोकां नूं ठगदा हुंदा सी। पहलां नहीं ठगदा सी, पर जदों वेख्या ना कि लोगों को माया बड़ी होंदी है, कई बारी माया ऐसा प्रभाव पाउंदी है, मन नूं मोह लैंदी है, मन नूं ठगियां करन वाल प्रेरदी है। साडे नाल भी इसे तरह होंदा है। असी पहलां बड़े दरवेश हुंदे आ, पर जदों कई बारी गुआंढियां दे वल वेखीदा ना, बड़ी माया कमाउंदे ने, साडा मन भी ईरखालू हो जाता है। इस करके गुरु के चरणों का आसरा लैके रखिए। पातशाह कहंदे तृष्णा बुझै हर कै नाम, ऐसी तृष्णा ऐसी ईरखा गुरु के नाम गुरु की बाणी तो ही बुझ सकती है। गुरु महाराज ने इस करके बख्शिश की है, भाई संतोख की बिरती, धीरज की बिरती धारण करके रखिए। गुरु महाराज ने यह भाई सज्जन का जीवन बदलिया एक पंक्ति के नाल। ये नहीं किया तू ठग गया, गुरु महाराज ने यह नहीं किया तू ठग गया। पातशाह ने क्या नाम बड़ा सोहना है भाई तेरा, जे नाम तेरा वेखीए तो मनुख तेरे वाल खिंचिया चला है। गल्ली असी चंगियां आचारी बुरियां, मनो कुसदा कालियां, बाहरों चिटवियां, मेरे वांगू बाहरों चिट्टा चोला पा लेना, लिबास सोना।
ਗੱਲਾਂ ਸੋਹਣੀਆਂ, ਪਰ ਆਚਰਣ ਅੰਦਰੋਂ ਬੁਰਾਈਆਂ ਭਰੀਆਂ ਹੋਈਆਂ ਨੇ। ਕਹਿੰਦੇ ਫਿਰ ਬਾਹਰੋਂ ਤੇ ਫਿਰ ਬਗਲਾ ਲੱਗਦਾ ਨਾ, ਹੰਸ ਲੱਗਦਾ ਹੈ, ਪਰ ਅੰਦਰ ਕੀ ਹੈ? ਕੂੜ ਭਰਿਆ ਹੋਇਆ ਹੈ। ਇਸੇ ਤਰ੍ਹਾਂ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਪਾਤਸ਼ਾਹ ਨੇ ਕੁਝ ਫਾਲਤੂ ਨਹੀਂ ਕਿਹਾ। ਕਹਿਣ ਲੱਗੇ, ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੈ ਲੇਖਾ ਮੰਗੀ ਐ ਤਿੱਥੈ ਖੜੇ ਦੇ ਸਨ। ਕਹਿੰਦੇ ਉਹ ਸੱਜਣਾ, ਐਸਾ ਸੱਜਣ ਬਣਾ ਜਿਹੜਾ ਤੇਰੇ ਨਾਲ ਖੜਿਆ ਹੋਵੇ ਹਰ ਵੇਲੇ। ਗੁਰੂ ਨੇ ਐਸੀ ਬਖਸ਼ਿਸ਼ ਕੀਤੀ। ਕਹਿੰਦੇ ਇਹ ਦੁਨਿਆਵੀ ਵੇਸ਼ ਧਾਰ ਕੇ ਲੋਕਾਂ ਨੂੰ ਭੁਲੇਖੇ ਵਿੱਚ ਪਾਉਣਾ, ਠੱਗਣਾ, ਕਹਿੰਦੇ ਇਸ ਤਰ੍ਹਾਂ ਜੀਵਨ ਨਹੀਂ ਬਦਲਦਾ। ਇਸ ਤਰ੍ਹਾਂ ਪਾਪਾਂ ਦੇ ਭਾਗੀ ਬਣੀਦਾ ਹੈ। ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ, ਵਿਸਾਰ ਮਤ ਸ਼ਰਮਿੰਦਾ ਥੀਵਈ ਸਾਈਂ ਦਾ ਦਰਬਾਰ। ਕਹਿੰਦੇ ਕੀ ਮੂੰਹ ਵਿਖਾਏਗਾ? ਹੁਣ ਕਹਿੰਦੇ ਜਦੋਂ ਜੀਵਨ ਬਦਲ ਗਿਆ ਨਾ, ਇਹ ਤੇ ਇਸ ਦੇ ਚਾਚੇ ਦਾ, ਕਹਿੰਦੇ ਇੱਕ ਵਾਰੀ ਇੱਕ ਰਾਹੀ ਇੱਥੋਂ ਹੀ ਲੰਘ ਰਿਹਾ ਸੀ, ਨਾਲ ਇੱਕ ਹੋਰ ਸੱਜਣ ਸੀ। ਕਹਿੰਦੇ ਜਦੋਂ ਭਾਈ ਸੱਜਣ ਦੀ ਧਰਮਸ਼ਾਲਾ ਆਈ ਨਾ, ਤੇ ਕਿਤੇ ਦੂਜਾ ਰਾਹੀ ਕਹਿਣ ਲੱਗਾ, ਭਾਈ ਇੱਥੇ ਵਿਸ਼ਰਾਮ ਕਰ ਲੈਂਦੇ ਹਾਂ। ਇੱਕ ਰਾਹੀ ਕਹਿੰਦਾ, ਨਾ ਇਹ ਤੇ ਭਾਈ ਸੱਜਣ ਦਾ ਇਲਾਕਾ ਹੈ, ਅਗਲੇ ਪਿੰਡ ਜਾ ਕੇ ਵਿਸ਼ਰਾਮ ਕਰਾਂਗੇ, ਇੱਥੇ ਨਹੀਂ ਰੁਕਣਾ। ਪਰ ਅੱਗੋਂ ਧਰਮਸ਼ਾਲਾ ਤੋਂ ਬਾਹਰ ਆਏ ਭਾਈ ਸੱਜਣ, ਕਹਿੰਦੇ ਫਿਕਰ ਨਾ ਕਰੋ, ਹੁਣ ਮੈਂ ਕਿਸੇ ਦਾ ਕਤਲ ਨਹੀਂ ਕਰਦਾ, ਗੁਰੂ ਦੇ ਸ਼ਬਦ ਨੇ ਮੇਰਾ ਕਤਲ ਕਰ ਦਿੱਤਾ। ਵੇਖੋ ਹੁਣ ਭਾਈ ਸੱਜਣ ਜੀ ਕਹਿੰਦੇ, ਮੈਂ ਕਿਸੇ ਦਾ ਕਤਲ ਨਹੀਂ ਕਰਦਾ, ਗੁਰੂ ਦੇ ਸ਼ਬਦ ਨੇ ਮੇਰਾ ਕਤਲ ਕਰ ਦਿੱਤਾ ਹੈ। ਇਸ ਕਰਕੇ ਭਾਈ ਆਓ ਸੇਵਾ ਬਖਸ਼ ਦਿਓ। ਇਹ ਵੀ ਸਾਡਾ ਵੀ ਜੀਵਨ ਲੇਖੇ ਵਿੱਚ ਲੱਗ ਜਾਏਗਾ। ਕਹਿੰਦੇ ਉਸ ਸਮੇਂ ਭਾਈ ਸੱਜਣ ਇੱਕ ਪ੍ਰਚਾਰਕ ਬਣ ਗਿਆ, ਜਿਸ ਨੇ ਨਾਨਕ ਦੀ ਮਹਿਮਾ ਨੂੰ ਕੋਨੇ ਕੋਨੇ ਤੱਕ ਪਹੁੰਚਾਇਆ। ਕਹਿੰਦੇ ਇਸੇ ਤਰ੍ਹਾਂ ਇਹ ਉਰਦੂ ਦੇ ਵਿੱਚ ਵੀ ਬੜੀ ਫੇਮਸ ਜੀਵਨ ਘਟਨਾ ਹੈ। ਕਹਿੰਦੇ ਜਿਹੜਾ ਇਹ ਫਜ਼ੀਲ ਬਿਨ ਅਯਾਜ਼ ਸੀ ਨਾ, ਇਸ ਕਾਬਿਲੇ ਲੁੱਟ ਲੈਂਦਾ ਹੁੰਦਾ ਸੀ। ਹੁਣ ਜਦੋਂ ਇਸ ਨੇ ਇੱਕ ਕਾਫਿਲਾ ਲੁੱਟਿਆ, ਤੇ ਇਸ ਤੋਂ ਬਾਅਦ ਪਿਆਰਿਓ ਜਦੋਂ ਸਾਰਿਆਂ ਦਾ ਕਤਲ ਕਰ ਦਿੱਤਾ, ਹੁਣ ਇੱਕ ਐਸਾ ਮਨੁੱਖ ਸੀ ਜਿਹੜਾ ਬੜਾ ਬਜ਼ੁਰਗ ਸੀ। ਹੁਣ ਬੜਾ ਬਜ਼ੁਰਗ ਸੀ, ਇਸ ਕਰਕੇ ਕੀ ਕੀਤਾ, ਜਦੋਂ ਇਸ ਨੂੰ ਮਾਰਨ ਲੱਗਾ ਨਾ ਇਹ ਫਜ਼ੀਲ, ਤਾਂ ਪਿਆਰਿਓ ਇਸ ਬਜ਼ੁਰਗ ਨੇ ਅੱਗੋਂ ਹੱਥ ਜੋੜ ਲਏ। ਇਸ ਬਜ਼ੁਰਗ ਨੇ ਪਤਾ ਕੀ ਕਿਹਾ? ਕਹਿੰਦੇ ਆ ਫਜ਼ੀਲ, ਤੂੰ ਮੈਨੂੰ ਮਾਰਨ ਤੇ ਲੱਗਾ, ਮੇਰਾ ਕਤਲ ਤੇ ਕਰਨ ਲੱਗਾ, ਮੇਰੀ ਆਖਰੀ ਖੁਆਇਸ਼ ਪੂਰੀ ਕਰ ਦੇ। ਹੁਣ ਫਜ਼ੀਲ ਕਹਿਣ ਲੱਗਾ, ਮਰਨਾ ਤੇ ਤੂੰ ਹੈ, ਤਲਵਾਰ ਹੈ ਜਿਹੜੀ ਮਿਆਨ ਵਿੱਚੋਂ ਤੇ ਨਿਕਲ ਗਈ, ਹੁਣ ਮਰਨਾ ਤੇ ਤੈਨੂੰ ਪਵੇਗਾ। ਚਲ ਇਸ ਤਰ੍ਹਾਂ ਕਰ, ਦੱਸ ਤੇਰੀ ਆਖਰੀ ਖੁਆਇਸ਼ ਕੀ ਹੈ? ਕਹਿੰਦੇ ਮੇਰੇ ਥੈਲੇ ਦੇ ਵਿੱਚ ਕੁਰਾਨ ਸ਼ਰੀਫ ਪਈ ਹੋਈ ਹੈ। ਕਹਿੰਦੇ ਮੈਂ ਮੌਤ ਤੋਂ ਪਹਿਲਾਂ, ਮਰਨ ਤੋਂ ਪਹਿਲਾਂ ਇੱਕ ਵਾਰੀ ਕੁਰਾਨ ਸ਼ਰੀਫ ਪੜ੍ਹਨਾ ਚਾਹੁੰਦਾ। ਹੁਣ ਉਸ ਸਮੇਂ ਫਜ਼ੀਲ ਨੇ ਕਹਿ ਦਿੱਤਾ, ਠੀਕ ਹੈ, ਜਿਸ ਤਰ੍ਹਾਂ ਤੁਸੀਂ ਕਹਿੰਦੇ ਇੱਕ ਵਾਰੀ ਪੜ੍ਹ ਲਓ, ਆਖਰੀ ਇੱਛਾ ਹੈ ਤੁਹਾਡੀ। ਕਹਿੰਦੇ ਉਸ ਸਮੇਂ ਇਸ ਬਜ਼ੁਰਗ ਨੇ ਸੂਰਹ ਅਸਰਾ ਦੀ ਇੱਕ ਆਇਤ ਹੈ ਕੁਰਾਨ ਦੇ ਵਿੱਚ। ਕਹਿੰਦੇ ਇਸ ਆਇਤ ਦੇ ਵਿੱਚੋਂ ਇੱਕ ਪੰਕਤੀ ਪੜ੍ਹੀ, ਜਿਸ ਦੇ ਅਰਥ ਬੜੇ ਸੋਹਣੇ ਨੇ। ਹੁਣ ਉਸ ਸਮੇਂ ਇਸ ਬਜ਼ੁਰਗ ਨੇ ਪਤਾ ਕੀ ਕਿਹਾ? ਐ ਮਨੁੱਖ, ਜ਼ਿੰਦਗੀ 'ਚ ਜਿਤਨੇ ਗੁਨਾਹ ਕੀਤੇ ਨੇ, ਮਰਨ ਤੋਂ ਪਹਿਲਾਂ ਤੌਬਾ ਕਰ ਲੈ। ਕਹਿੰਦੇ ਕੁਰਾਨ ਸ਼ਰੀਫ ਵਿੱਚ ਮੁਹੰਮਦ ਸਾਹਿਬ ਨੇ ਇਹ ਬਚਨ ਉਚਾਰਿਆ ਸੀ। ਕਹਿੰਦੇ ਇਹ ਮਨੁੱਖ, ਮਰਨ ਤੋਂ ਪਹਿਲਾਂ ਤੂੰ ਜਿਤਨੇ ਗੁਨਾਹ ਕੀਤੇ ਨੇ ਤੌਬਾ ਕਰ ਲੈ, ਨਹੀਂ ਤੇ ਖੁਦਾ ਤੈਨੂੰ ਕਦੇ ਬਖਸ਼ੇਗਾ ਨਹੀਂ। ਜੇ ਹੁਣੇ ਬਖਸ਼ਾ ਲਵੇਂ ਤੇ ਵਡਭਾਗਾ। ਹੁਣ ਉਸ ਸਮੇਂ ਫਜ਼ੀਲ ਸੋਚਣ ਲੱਗਾ ਕਿ ਇਸ ਬਜ਼ੁਰਗ ਨੇ ਜ਼ਿੰਦਗੀ ਵਿੱਚ ਕੋਈ ਮਾੜਾ ਕਰਮ ਵੀ ਨਹੀਂ ਕੀਤਾ, ਕਿਉਂਕਿ ਕੁਰਾਨ ਸ਼ਰੀਫ ਪੜ੍ਹ ਰਿਹਾ ਹੈ।
ਕਹਿੰਦੇ ਇਸ ਨੇ ਤੇ ਕੋਈ ਜ਼ਿੰਦਗੀ ਵਿੱਚ ਮਾੜਾ ਕਰਮ ਵੀ ਨਹੀਂ ਕੀਤਾ ਤੇ ਇਹ ਫਿਰ ਵੀ ਕੁਰਾਨ ਸ਼ਰੀਫ ਪੜ੍ਹ ਰਿਹਾ ਹੈ ਅਤੇ ਉਸ ਖੁਦਾ ਅੱਗੇ ਅਰਜ਼ੋਈ ਕਰ ਰਿਹਾ ਕਿ ਮੇਰੇ ਗੁਨਾਹਾਂ ਦੀ ਮੈਨੂੰ ਮੁਆਫੀ ਮਿਲ ਜਾਏ। ਕਿਉਂਕਿ ਗੁਰੂ ਮਹਾਰਾਜ ਵੀ ਕਹਿੰਦੇ ਨਾ, ਇਹ ਨਿਰਦੋਸ਼ਾਂ ਮਾਰੀਐ ਹਮ ਦੋਸ਼ਾਂ ਕਾ ਕਿਆ ਹਾਲ। ਕਹਿੰਦੇ ਕਈ ਵਾਰੀ ਹੁੰਦਾ ਨਾ, ਪੱਕੀ ਦੇ ਨਾਲ ਕੱਚੀ ਫਸਲ ਵੀ ਵੱਢ ਲਈ ਜਾਂਦੀ ਹੈ। ਇਸੇ ਤਰ੍ਹਾਂ ਸਾਡਾ ਵੀ ਪਤਾ ਨਹੀਂ ਸਮਾਂ ਕਦੋਂ ਨਜ਼ਦੀਕ ਆ ਜਾਏ। ਇਸ ਕਰਕੇ ਜਦੋਂ ਇਸ ਫਜ਼ੀਲ ਨੇ ਇਹ ਪੰਕਤੀ ਸਰਵਣ ਕੀਤੀ, ਕਹਿੰਦੇ ਇੱਕ ਪੰਕਤੀ ਹਿਰਦੇ ਵਿੱਚ ਵਸਾ ਲਈ, ਦਰਵੇਸ਼ ਬਣ ਗਿਆ। ਜਦੋਂ ਦਰਵੇਸ਼ ਬਣ ਗਿਆ ਨਾ, ਇੱਕ ਵਾਰ ਇਸੇ ਤਰ੍ਹਾਂ ਇਹ ਆਪਣੀ ਇੱਕ ਤੰਬੂ ਵਿੱਚ ਕਹਿ ਲਈਏ ਜਾਂ ਆਪਣੇ ਅਸਥਾਨ 'ਤੇ ਰਹਿੰਦਾ ਸੀ, ਅਤੇ ਕਹਿੰਦੇ ਇੱਕ ਉੱਥੋਂ ਕਾਫਲਾ ਹੋਰ ਗੁਜ਼ਰਿਆ। ਉਹ ਕਾਫਲੇ ਦਾ ਜਿਹੜਾ ਇੰਚਾਰਜ ਸੀ ਉਹ ਕਹਿਣ ਲੱਗਾ ਕਿ ਆਪਾਂ ਇਸ ਤਰ੍ਹਾਂ ਕਰਦੇ ਹਾਂ, ਕੋਈ ਲੰਮਾ ਰਾਹ ਫੜ ਲੈਂਦੇ ਹਾਂ, ਇਹ ਤਾਂ ਫਜ਼ੀਲ ਦਾ ਇਲਾਕਾ ਹੈ। ਕਹਿੰਦੇ ਜਦੋਂ ਇਸ ਕਾਫਲੇ ਦਾ ਜੋ ਸਿਰਮੌਰ ਸੀ ਇਹ ਆਪਣਾ ਰਸਤਾ ਬਦਲਣ ਲੱਗਾ ਨਾ, ਆਪਣੀ ਥਾਂ ਤੋਂ ਬਾਹਰ ਨਿਕਲਿਆ ਫਜ਼ੀਲ ਆ ਕੇ ਕਹਿਣ ਲੱਗਾ, ਤੁਹਾਨੂੰ ਰਸਤਾ ਬਦਲਣ ਦੀ ਲੋੜ ਨਹੀਂ, ਮੈਂ ਆਪਣਾ ਰਸਤਾ ਬਦਲ ਲਿਆ। ਕਹਿੰਦੇ ਤੁਹਾਨੂੰ ਰਸਤਾ ਬਦਲਣ ਦੀ ਲੋੜ ਨਹੀਂ, ਮੈਂ ਆਪਣਾ ਰਸਤਾ ਬਦਲ ਲਿਆ। ਇਸ ਤਰ੍ਹਾਂ ਭਾਈ ਸੱਜਣ ਨੇ ਕਿਹਾ ਸੀ ਉਹਨਾਂ ਰਾਹਗੀਰਾਂ ਨੂੰ ਕਿ ਹੁਣ ਮੈਂ ਕਿਸੇ ਦਾ ਕਤਲ ਨਹੀਂ ਕਰਦਾ, ਕਿਉਂਕਿ ਗੁਰੂ ਦੇ ਸ਼ਬਦ ਨੇ ਮੇਰਾ ਕਤਲ ਕਰ ਦਿੱਤਾ ਹੈ। ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ। ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਇਸੇ ਤਰ੍ਹਾਂ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਪਾਲਪੁਰ ਦੇ ਇਲਾਕੇ ਦੇ ਵਿੱਚ ਗਏ। ਸਮਾਂ ਬਹੁਤ ਜ਼ਿਆਦਾ ਹੋ ਗਿਆ ਸੀ। ਕਹਿੰਦੇ ਉਸ ਸਮੇਂ ਗੁਰੂ ਮਹਾਰਾਜ ਨੇ ਸੋਚਿਆ ਕਿ ਕਿਸੇ ਥਾਂ ਦੀ ਸ਼ਰਨ ਲੈ ਲਈ ਜਾਏ। ਹੁਣ ਗੁਰੂ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ। ਭਾਈ ਮਰਦਾਨਾ ਜੀ ਨੇ ਜਿਸ ਘਰ ਦੀਵਾ ਜਗਦਾ ਸੀ ਉਸ ਘਰ ਜਾ ਕੇ ਕਹਿ ਦਿੱਤਾ ਕਿ ਮੈਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਾਂ ਅਤੇ ਅਸੀਂ ਸ਼ਰਨ ਲੈਣਾ ਚਾਹੁੰਦੇ ਹਾਂ, ਅੱਜ ਰਾਤ ਰੁਕਣਾ ਚਾਹੁੰਦੇ ਹਾਂ। ਹੁਣ ਕਿਸੇ ਹਿੰਦੂ ਧਰਮ ਦੇ ਮਨੁੱਖ ਦੇ ਘਰ ਜਾਣਾ ਅਤੇ ਉਸਨੇ ਕਹਿਣਾ ਤੂੰ ਤੇ ਮੁਸਲਮਾਨ ਹੈ ਭਾਈ, ਅਸੀਂ ਨਹੀਂ ਰੱਖ ਸਕਦੇ ਤੈਨੂੰ। ਅਤੇ ਜੇ ਕਿਸੇ ਮੁਸਲਮਾਨ ਘਰ ਜਾਣਾ ਅਤੇ ਉਹਨਾਂ ਨੇ ਕਹਿਣਾ ਗੁਰੂ ਨਾਨਕ ਸਾਹਿਬ ਮਹਾਰਾਜ ਹਿੰਦੂ ਨੇ, ਅਸੀਂ ਨਹੀਂ ਰੱਖ ਸਕਦੇ। ਭਾਵੇਂ ਕਹਿ ਦਿੱਤਾ ਗਿਆ ਸੀ ਗੁਰੂ ਮਹਾਰਾਜ ਵੱਲੋਂ ਨਾ ਹਮ ਹਿੰਦੂ ਨਾ ਮੁਸਲਮਾਨ, ਪਰ ਫਿਰ ਵੀ ਕਈ ਲੋਕਾਂ ਦੇ ਵਿੱਚ ਇਸ ਤਰ੍ਹਾਂ ਭੁਲੇਖਾ ਸੀ। ਅੱਜ ਵੀ ਹੈ। ਗੁਰੂ ਮਹਾਰਾਜ ਤੇ ਕਹਿੰਦੇ ਨੇ ਅੱਜ ਵੀ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਬਰਾੜ। ਕਹਿੰਦੇ ਭਾਈ ਮਾਲਕ ਦਾ ਨਾਮ ਸਿਮਰ, ਕੀ ਹਿੰਦੂ ਤੇ ਕੀ ਮੁਸਲਮਾਨ। ਇਹ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜੋ ਉਪਜਿਆ ਕੌਣ ਭਲੇ ਕਉ ਮੰਦੇ। ਹੁਣ ਇਸੇ ਤਰ੍ਹਾਂ ਜਦੋਂ ਗੁਰੂ ਮਹਾਰਾਜ ਨੇ ਜਦੋਂ ਕਿਹਾ ਨਾ ਭਾਈ ਮਰਦਾਨਾ ਜੀ ਨੂੰ ਕਿ ਇਸ ਤਰ੍ਹਾਂ ਕੋਈ ਥਾਂ ਲੱਭ ਕੇ ਆਓ, ਪਰ ਇੱਕ ਪੁਰਖ ਨੇ ਕਹਿ ਦਿੱਤਾ ਜਿਸ ਨੇ ਗੁਰੂ ਨਾਨਕ ਦੇ ਨਾਲ ਸ਼ਰਾਰਤ ਕੀਤੀ। ਉਸ ਨੇ ਕਹਿ ਦਿੱਤਾ ਇਸ ਤਰ੍ਹਾਂ ਕਰੋ, ਪਿੰਡ ਦੇ ਬਾਹਰ ਨਾ ਇੱਕ ਝੁੱਗੀ ਹੈ, ਹੁਣ ਝੁੱਗੀ ਦੇ ਵਿੱਚ ਨੂਰ ਸ਼ਾਹ ਨੂਰੀ ਰਹਿੰਦਾ, ਉਸ ਕੋਲ ਜਾਓ, ਤੁਹਾਨੂੰ ਸ਼ਰਨ ਦੇ ਦੇਵੇਗਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਠੀਕ ਹੈ ਭਾਈ। ਪਾਤਸ਼ਾਹ ਗਏ ਪਿੰਡ ਦੇ ਬਾਹਰ, ਬੂਹਾ ਖੜਕਾਇਆ, ਅੱਗੋਂ ਨੂਰ ਸ਼ਾਹ ਨੂਰੀ ਬੋਲਿਆ ਹਾਂਜੀ ਕੌਣ। ਕਹਿੰਦੇ ਅਸੀਂ ਰਾਹੀ ਹਾਂ, ਮੈਂ ਗੁਰੂ ਨਾਨਕ ਹਾਂ, ਮੈਂ ਨਾਨਕ ਹਾਂ ਅਤੇ ਨਾਲ ਮੇਰੇ ਮਰਦਾਨਾ ਹੈ। ਕਹਿੰਦੇ ਹਾਂਜੀ। ਕਹਿੰਦੇ ਰਾਤ ਰੁਕਣਾ। ਅੱਗੋਂ ਨੂਰ ਸ਼ਾਹ ਨੂਰੀ ਜੀ ਕਹਿਣ ਲੱਗੇ ਕਿ ਤੁਸੀਂ ਇੱਥੇ ਨਹੀਂ ਠਹਿਰ ਸਕਦੇ। ਕਹਿੰਦੇ ਕੀ ਗੱਲ। ਕਹਿੰਦੇ ਮੇਰੇ ਕੋਲ ਤੇ ਪਿੰਡ ਦਾ ਕੋਈ ਪੁਰਖ ਨਹੀਂ ਆਉਂਦਾ, ਤੁਸੀਂ ਕਿਸ ਤਰ੍ਹਾਂ ਆ ਗਏ। ਕਹਿੰਦੇ ਦੱਸੋ ਕੀ ਗੱਲ। ਕਹਿੰਦੇ ਮੈਨੂੰ ਕੋਹੜ ਦਾ ਰੋਗ ਹੈ, ਮੈਨੂੰ ਕੋਹੜ ਦਾ ਰੋਗ ਹੈ, ਤੁਸੀਂ ਮੇਰੇ ਕੋਲ ਕਿਸ ਤਰ੍ਹਾਂ ਆ ਗਏ। ਕਹਿੰਦੇ ਮੇਰੇ ਕੋਲ ਤੇ ਕੋਈ ਨੇੜੇ ਵੀ ਨਹੀਂ ਲੱਗਦਾ, ਪਿੰਡ ਦੇ ਲੋਕ ਨੇ ਬਾਹਰ ਇੱਕ ਭਾਂਡਾ ਰੱਖਿਆ ਹੋਇਆ ਹੈ, ਕਹਿੰਦੇ ਉਸ ਵਿੱਚ ਹੀ ਤਰਸ ਖਾ ਕੇ ਕੁਝ ਨਾ ਕੁਝ ਪਾ ਜਾਂਦੇ ਨੇ, ਕਹਿੰਦੇ ਮੇਰੇ ਲਾਗੇ ਕੋਈ ਨਹੀਂ ਲੱਗਦਾ।
ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬੂਹਾ ਤੇ ਖੋਲ, ਕਹਿੰਦੇ ਚਲੇ ਜਾਓ ਇੱਥੋਂ, ਤੁਹਾਨੂੰ ਵੀ ਰੋਗ ਹੋ ਜਾਏਗਾ। ਗੁਰੂ ਮਹਾਰਾਜ ਫਿਰ ਕਹਿੰਦੇ ਤੂੰ ਬੂਹਾ ਤੇ ਖੋਲ। ਪਾਤਸ਼ਾਹ ਦੇ ਕਹਿਣ ਤੇ ਇਸ ਨੂਰ ਸ਼ਾਹ ਨੂਰੀ ਨੇ ਬੂਹਾ ਖੋਲਿਆ। ਜਦੋਂ ਬੂਹਾ ਖੋਲਿਆ ਨਾ ਤੇ ਉਸ ਸਮੇਂ ਪਿਆਰਿਓ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਨੂਰ ਸ਼ਾਹ ਨੂਰੀ ਕੋਲ ਜਾ ਕੇ ਬੈਠੇ ਤਾਂ ਨੂਰ ਸ਼ਾਹ ਨੂਰੀ ਦੀ ਅਵਸਥਾ ਵੇਖੀ ਕਿ ਸਾਰਾ ਸਰੀਰ ਗਲਿਆ ਹੋਇਆ ਸੀ ਕੋੜ ਦੇ ਰੋਗ ਕਰਕੇ, ਪਰ ਮਨ ਸੀ ਜਿਹੜਾ ਉਹ ਨਿਰਮਲ ਸੀ। ਕਹਿੰਦੇ ਉਸ ਸਮੇਂ ਨੂਰ ਸ਼ਾਹ ਨੂਰੀ ਨੂੰ ਕਹਿ ਦਿੱਤਾ ਪਾਤਸ਼ਾਹ ਨੇ, ਭਾਈ ਤੇਰਾ ਲੰਗਰ ਪਾਣੀ ਕਿਵੇਂ ਚੱਲਦਾ ਹੈ? ਕਹਿੰਦੇ ਉਸ ਮਾਲਕ ਨੂੰ ਯਾਦ ਰੱਖੀਦਾ ਹੈ, ਕਹਿੰਦੇ ਉਸ ਨੂੰ ਸਿਮਰੀਦਾ ਹੈ, ਤੇ ਉਹ ਮਾਲਕ ਦੀ ਬਖਸ਼ਿਸ਼ ਹੈ, ਕੋਈ ਨਾ ਕੋਈ ਮੇਰੇ ਭਾਂਡੇ ਵਿੱਚ ਰਾਸ਼ਨ ਪਾਣੀ ਪਾ ਜਾਂਦਾ, ਖਾਣ ਲਈ ਦੇ ਜਾਂਦਾ, ਰੋਜ਼ ਕੋਈ ਨਾ ਕੋਈ ਦੇ ਜਾਂਦਾ ਹੈ। ਉਸ ਸਮੇਂ ਗੁਰੂ ਮਹਾਰਾਜ ਨੇ ਇੱਕ ਬਚਨ ਉਚਾਰਿਆ ਹੁਕਮ ਰੂਪ ਵਿੱਚ, ਅਸੀਂ ਕਈ ਵਾਰੀ ਸਰਵਣ ਕੀਤਾ ਹੋਏਗਾ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਗੁਰੂ ਮਹਾਰਾਜ ਕਹਿੰਦੇ ਉਹ ਨੂਰ ਸ਼ਾਹ ਨੂਰੀ, ਤੂੰ ਤੇ ਤਨ ਤੋਂ ਗਲਿਆ ਪਰ ਤੇਰਾ ਮਨ ਬੜਾ ਪਵਿੱਤਰ ਹੈ। ਪਰ ਲੋਕ ਵੇਖ ਮਨ ਤੋਂ ਗਲੇ ਹੋਏ ਨੇ, ਤਨ ਭਾਵੇਂ ਉਹਨਾਂ ਦਾ ਜਿਤਨਾ ਮਰਜ਼ੀ ਸੋਹਣਾ ਹੋਏ ਕੋਈ ਫਰਕ ਨਹੀਂ ਪੈਂਦਾ। ਗੁਰੂ ਮਹਾਰਾਜ ਨੇ ਕਹਿ ਦਿੱਤਾ ਤੈਨੂੰ ਤੇ ਤਨ ਕਰਕੇ ਰੋਗ ਹੈ, ਮਨ ਤੇ ਤੇਰਾ ਬੜਾ ਨਿਰਮਲ ਹੈ। ਪਰ ਉਧਰ ਵੇਖ ਲੋਕਾਂ ਵੱਲ, ਉਹ ਮਨ ਕਰਕੇ ਰੋਗੀ ਨੇ ਪਰ ਤਨ ਉਹਨਾਂ ਦਾ ਬੜਾ ਸੋਹਣਾ ਲੱਗਦਾ, ਕੋਈ ਫਰਕ ਨਹੀਂ ਪੈਂਦਾ। ਇਹ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਕਿ ਭਾਈ ਤਨ ਦੀ ਸੁੰਦਰਤਾ ਕਿਸੇ ਲੇਖੇ ਨਹੀਂ ਹੁੰਦੀ, ਕਿਉਂਕਿ ਤਨ ਨੇ ਤਾਂ ਮਿੱਟੀ ਬਣ ਜਾਣਾ ਹੈ। ਕਬੀਰ ਮਾਟੀ ਕੇ ਹਮ ਪੁੱਤਰੇ ਮਾਨਸ ਰਾਖਿਓ, ਨਾਉ 4 ਦਿਵਸ ਕੇ ਪਾਹੁਨੇ, ਬੰਦ ਬਦ ਰੁੰਡੇ ਠਾਉ। ਇਹ ਗੁਰੂ ਮਹਾਰਾਜ ਨੇ ਕਹਿ ਦਿੱਤਾ ਕਿ ਮਿੱਟੀ ਦਾ ਪੁਤਲਾ ਹੈ ਭਾਈ, ਭਾਵੇਂ ਮਨੁੱਖ ਕਹਿ ਲੈ, ਭਾਵੇਂ ਇਨਸਾਨ ਕਹਿ ਲੈ, ਭਾਵੇਂ ਮਨਦੀਪ ਕਹਿ ਲੈ, ਭਾਵੇਂ ਗੁਰਮੁਖ ਕਹਿ ਲੈ, ਭਾਵੇਂ ਗੁਰਬਚਨ ਕਹਿ ਲੈ, ਕੋਈ ਵੀ ਨਾਮ ਕੋਈ ਵੀ ਹੋਵੇ, ਕਹਿੰਦੇ ਹੈ ਤੇ ਮਿੱਟੀ ਨਾ, ਭਾਵੇਂ ਜਿਤਨਾ ਮਰਜ਼ੀ ਸੋਹਣਾ ਹੋਵੇ ਸ਼ੁਰੂ। ਇਸੇ ਤਰ੍ਹਾਂ ਪਿਆਰਿਓ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ, ਥੋੜ੍ਹੀ ਜਿਹੀ ਨਾ ਅੰਦਰ ਜਿਉਣ ਦੀ ਇੱਛਾ ਪੈਦਾ ਹੋਈ। ਜਿਉਣ ਦੀ ਜਦੋਂ ਇੱਛਾ ਪੈਦਾ ਹੋਈ, ਗੁਰੂ ਮਹਾਰਾਜ ਨੇ ਸਿਰ ਤੇ ਹੱਥ ਰੱਖਿਆ, ਰੋਗ ਹੌਲੀ ਹੌਲੀ ਦੂਰ ਹੋਣਾ ਸ਼ੁਰੂ ਹੋ ਗਿਆ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਹੋਈ, ਜਿਹੜਾ ਤਨ ਗਲਿਆ ਸੀ ਤਨ ਵੀ ਪਵਿੱਤਰ ਹੋ ਗਿਆ, ਮਨ ਤੇ ਨਿਰਮਲ ਆਈ ਸੀ। ਤੇ ਗੁਰੂ ਮਹਾਰਾਜ ਨੇ ਗੁਰਬਾਣੀ ਵਿੱਚ ਕਹਿ ਦਿੱਤਾ ਕਿ ਭਾਈ ਲੋਕਾਂ ਦੇ ਤਨ ਬੜੇ ਸੋਹਣੇ ਲੱਗਦੇ ਨੇ ਪਰ ਮਨ ਬੜਾ ਹੋਛਾ ਹੁੰਦਾ ਹੈ। ਪਾਤਸ਼ਾਹ ਕਹਿੰਦੇ ਪਰ ਮਨ ਦੀ ਪੁਕਾਰ ਕੋਈ ਨਹੀਂ ਸੁਣਦਾ, ਤਨ ਦੀ ਪੁਕਾਰ ਹਰ ਕੋਈ ਸੁਣ ਲੈਂਦਾ। ਤਨ ਨੂੰ ਅਗਰ ਰੋਟੀ ਚਾਹੀਦੀ ਹੈ ਨਾ, ਕਿਤਨੀ ਵਾਰੀ ਕਹੇਗਾ ਆਪਣੇ ਮਾਤਾ ਪਿਤਾ ਨੂੰ ਜਾਂ ਆਪਣੀ ਘਰਵਾਲੀ ਨੂੰ, ਆਪਣੇ ਬੱਚਿਆਂ ਨੂੰ ਕਿ ਮੈਨੂੰ ਪ੍ਰਸ਼ਾਦਾ ਚਾਹੀਦਾ ਹੈ, ਖਾਣਾ ਮੈਂ ਪ੍ਰਸ਼ਾਦਾ, ਭੁੱਖ ਲੱਗੀ ਹੋਈ ਹੈ। ਪਰ ਕਹਿੰਦੇ ਮਨ ਦਾ ਕੀ, ਮਨ ਇਤਨੇ ਸਾਲਾਂ ਤੋਂ ਭੁੱਖਾ ਹੈ, ਮਨ ਨੂੰ ਤੇ ਕੁਝ ਨਹੀਂ ਦਿੱਤਾ ਨਾ। ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਗੁਰੂ ਮਹਾਰਾਜ ਕਹਿੰਦੇ ਕੋਈ ਨਹੀਂ ਸੁਣਦਾ ਇਸ ਮਨ ਦੀ ਪੁਕਾਰ। ਇਸ ਕਰਕੇ ਗੁਰੂ ਨੂੰ ਕਹੀਏ ਪਾਤਸ਼ਾਹ ਤਨ ਭਾਵੇਂ ਗਲ ਜਾਏ ਪਰ ਮਨ ਗਲਣ ਤੋਂ ਬਚ ਜਾਏ। ਤੇ ਮਨ ਗਲਣ ਤੋਂ ਬਚੇਗਾ ਕਿਵੇਂ? ਜਿਵੇਂ ਇੱਕ ਉਦਾਹਰਨ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਦਿੱਤਾ ਹੈ। ਭਾਈ ਗੁਰਦਾਸ ਜੀ ਨੇ ਆਪਣੇ ਕਵਿਤਾ ਵਿੱਚ ਉਦਾਹਰਨ ਦਿੱਤਾ, ਕਹਿੰਦੇ ਜਿਸ ਤਰ੍ਹਾਂ ਮੰਨ ਲਓ ਕਾਗਜ਼ ਨੂੰ ਪਾਣੀ ਵਿੱਚ ਪਾਈਏ ਤੇ ਕਾਗਜ਼ ਗਲ ਜਾਂਦਾ ਹੈ, ਪਰ ਜੇ ਉਸੇ ਕਾਗਜ਼ ਨੂੰ ਤੇਲ ਦਾ ਸਹਾਰਾ ਮਿਲ ਜਾਏ, ਜਿਤਨਾ ਮਰਜ਼ੀ ਡੁਬਾ ਕੇ ਰੱਖੀਓ ਗਲਦਾ ਨਹੀਂ। ਇਸੇ ਤਰ੍ਹਾਂ ਲੋਹਾ ਹੈ, ਪਾਣੀ ਵਿੱਚ ਡੁੱਬ ਜਾਂਦਾ ਹੈ, ਭਾਵੇਂ 1 ਗ੍ਰਾਮ ਦਾ ਕਿਉਂ ਨਾ ਹੋਵੇ। ਪਰ ਜੇ ਉਸੇ ਲੋਹੇ ਨੂੰ ਲੱਕੜਾਂ ਦਾ ਸਹਾਰਾ ਮਿਲ ਜਾਏ, ਉਸੇ ਲੋਹੇ ਨੂੰ ਲੱਕੜ ਦਾ ਸਹਾਰਾ ਮਿਲ ਜਾਏ, ਕੁਇੰਟਲਾਂ ਦੇ ਹਿਸਾਬ ਨਾਲ ਲੋਹਾ ਤਰ ਜਾਂਦਾ। ਇਸੇ ਤਰ੍ਹਾਂ ਗੁਰੂ ਅੱਗੇ ਬੇਨਤੀ ਕਰੀਏ, ਮੇਰੇ ਮਾਲਕ ਸਾਡਾ ਸਰੀਰ ਵੀ ਡੁੱਬਣ ਵਾਲਾ ਹੈ, ਮਨ ਵੀ ਡੁੱਬਣ ਵਾਲਾ। ਇਸ ਮਨ ਰੂਪ ਬੇੜੇ ਨੂੰ, ਮਨ ਰੂਪ ਸਰੀਰ ਨੂੰ, ਜਾਂ ਇਸ ਸਰੀਰ ਨੂੰ ਕਿ ਮੇਰੇ ਮਾਲਕ ਜੀ ਤੁਸੀਂ ਹੀ ਤਾਰਨ ਵਾਲੇ ਹੋ। ਜੇ ਤੁਹਾਡੀ ਬਾਣੀ ਦਾ ਆਸਰਾ ਮਿਲ ਜਾਏ, ਤੁਹਾਡੇ ਗਿਆਨ ਦਾ ਆਸਰਾ ਮਿਲ ਜਾਏ,
ਤੇ ਇਹ ਮਨ ਹੈ ਜਿਹੜਾ ਗਲਣ ਤੋਂ ਬਚ ਸਕਦਾ। ਜਿਵੇਂ ਕਾਗਜ਼ ਗਲਣ ਤੋਂ ਬਚਦਾ ਤੇਲ ਦਾ ਸਹਾਰਾ ਲੈ ਕੇ, ਇਸੇ ਤਰ੍ਹਾਂ ਮਨ ਗਲਣ ਤੋਂ ਬਚ ਸਕਦਾ ਹੈ ਗੁਰੂ ਦਾ ਸਹਾਰਾ ਲੈ ਕੇ। ਇਸ ਕਰਕੇ ਗੁਰੂ ਮਹਾਰਾਜ ਕਿਰਪਾ ਕਰਨ, ਇਹ ਅਮੋਲਕ ਵਿਚਾਰਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੀਵਨ ਦੀਆਂ ਸਾਡੇ ਹਿਰਦੇ ਦੇ ਵਿੱਚ ਵਸ ਜਾਣ, ਸਾਡਾ ਜੀਵਨ ਸਫਲਾ ਹੋ ਸਕੇ। ਬਹੁਤ ਬਹੁਤ ਧੰਨਵਾਦ ਸਮੂਹ ਸੰਗਤ ਦਾ, ਬਹੁਤ ਬਹੁਤ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਭਾਈ ਕਨ੍ਹਈਆ ਜੀ ਸੇਵਕ ਜਥੇ ਦਾ, ਜਿਨ੍ਹਾਂ ਨੇ ਕੁਝ ਸਮਾਂ ਵਿਚਾਰਾਂ ਦਾ ਬਖਸ਼ਿਆ। ਮੇਰਾ ਵੀ ਜੀਵਨ ਸਫਲਾ ਹੋਇਆ ਅਤੇ ਗੁਰੂ ਮਹਾਰਾਜ ਕਿਰਪਾ ਕਰਨ ਜਿਤਨੀ ਕੋ ਵਿਚਾਰਾਂ ਆਪ ਜੀ ਨੂੰ ਚੰਗੀਆਂ ਲੱਗੀਆਂ ਹੋਣ, ਇਹਨਾਂ ਵਿਚਾਰਾਂ ਰਾਹੀਂ ਆਪ ਜੀ ਦਾ ਜੀਵਨ ਵੀ ਸਫਲਾ ਹੋ ਸਕੇ। ਇਤਨੀਆਂ ਬੇਨਤੀਆਂ ਵਿੱਚ ਪ੍ਰਵਾਨ ਕਰਨੀਆਂ। ਬੇਅੰਤ ਵਿਚਾਰਾਂ ਕਰਦੇ ਹਾਂ, ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸਮੂਹ ਸੰਗਤ ਖਿਮਾ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਬਖਸ਼ੋ ਪ੍ਰਵਾਨੋ ਜੀ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।